समाणा ਦੇ ਵਿੱਚ ਕਿਸਾਨਾਂ ਨੇ ਟੋਲ ਪਲਾਜ਼ਾ ਤੇ ਜਾਮ ਲਗਾਇਆ। ਦੂਜੇ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰੱਕਾਂ ਨੂੰ ਰੋਕਿਆ ਗਿਆ। मौके ਤੇ ਪਹੁੰਚੇ ਨੇ ਪ੍ਰਸ਼ਾਸਨਿਕ ਅਧਿਕਾਰੀ। ਖਾਸ ਤੌਰ ਤੇ ਜੇਕਰ ਦੂਜੇ ਸੂਬੇ ਤੋਂ ਆਂਦੇ ਟਰੱਕਾਂ ਦੀ ਗੱਲ ਕੀਤੀ ਜਾਵੇ ਝੋਨੇ ਦੀ, ਤਾਂ ਇਸ ਨੂੰ ਲੈ ਕੇ ਪਹਿਲਾਂ ਹੀ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਸੀ, ਸਖਤੀ ਕਰ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ, ਇਸ ਤਰ੍ਹਾਂ ਦੀ ਕੋਈ ਵੀ ਸ਼ਮੂਲੀਅਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੋ ਹਾਲ ਹੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਅਜੇ ਵੀ ਇਹ ਵੱਡਾ ਮਸਲਾ ਬਰਕਰਾਰ ਹੈ। ਸੋ ਇਸ ਨੂੰ ਲੈ ਕੇ ਫਿਲਹਾਲ ਇਹ ਵੱਡੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਮੌਕੇ ਤੇ ਜਿਹੜੇ ਨੇ ਉਹ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਚੁੱਕੇ ਨੇ। ਸੋ ਸਮਾਣਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਟੋਲ ਪਲਾਜ਼ਾ ਤੇ ਜਾਮ ਲਗਾ ਦਿੱਤਾ ਗਿਆ। और हमेशा तो वेख्या जाता है कि झोने दे नाल भरे हुए ट्रक जिहड़े ने किसान रोकते हैं, बेशक रात बरात होवे या फिर दिन दिहाड़ा होवे। और तस्वीरां जिहड़ियां ने तुहानूं विखा पा रहे हैं किस तरह दे नाल वड्डा जिहड़ा इत्थे कह सकते हैं कि वड्डे वड्डे ट्रक जिहड़े ने झोने दे नाल भरे हुए ने। और साफ तौर ते तस्वीरां वेख पा रहे हो, लखा सिधाणा तस्वीरां दे विच नजर आ रहे ने। और किसान जिहड़े ने इत्थे मौजूद ने जो कि टोल प्लाजा ते जिन्हां ने जाम लाया। और खास तौर ते फसल दा मामला है क्योंकि इस नूं लैके लगातार इहो दोष इल्जाम ने कि आखिरकार बाहरों जिहड़े ट्रक आउंदे ने तां उन्हां नूं नहीं आउण दित्ता जावे। इस सीधे तौर ते सख्ती दे नाल इस ते पाबंदी लानी चाहीदी है। सारंगे वाले दालों ता चेक उपरों भी ਜਿਹੜੀ ਮਰਜ਼ੀ ਚੈੱਕ ਕਰ ਸਕਦਾ ਜਿਹੜੇ ਕਿਸੇ ਕੋਲ ਕਾਰਡ ਹੈਗਾ ਆਪੋ ਜਿਹੜੀ ਮਰਜ਼ੀ ਹੈ ਆਪਾਂ ਨੂੰ ਚੈੱਕ ਲੱਗਦਾ ਆਪਾਂ ਤਾਂ ਚੈੱਕ ਕਰਾ ਦਿੰਦੇ। ਠੀਕ ਹੈ, कोई नहीं, वो आप कर लेना जी गलती से कोई शक होया बस एक बारी आ जाओ। ਠੀਕ ਹੈ, ਆਪਣਾ ਬਲਾਈਂਡ ਜਿਹੜੀ ਗੱਡੀ ਆਪਾਂ ਲੱਗਦਾ ਆਪਾਂ ਸ਼ਾਂਤੀ ਨਾਲ ਚੈੱਕ ਕਰਾ ਦਿੰਦੇ। हाँ 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 दोनों गल्लां तय हो जाण तां ये सरकार चाहूगी भी ठीक है संयुक्त मोर्चे नाल गल करके ये सरकार ये कहंदी है भी नहीं सा कोई भी नहीं जाण दिंदी। ਅੱਗੇ ਵਧਦੇ ਹਾਂ, ਗੱਲ ਕਰਾਂਗੇ ਬੇਅਦਬੀ ਮਾਮਲੇ ਦੀ। ਬੇਅਦਬੀ ਕਾਂਡ ਦੇ ਨਾਲ ਜੁੜੇ ਵਿਵਾਦਿਤ ਪੋਸਟਰ ਦਾ ਇਹ ਮਾਮਲਾ ਹੈ। ਫਰੀਦਕੋਟ ਅਦਾਲਤ ਦੇ ਵਿੱਚ ਡੇਰਾ ਪ੍ਰੇਮੀ ਦੀ ਲਿਖਾਈ ਦੇ ਸੈਂਪਲ ਪੇਸ਼ ਹੋਏ ਨੇ। ਸੀਲ ਬੰਦ ਲਿਫਾਫਾ ਜਿਸ ਦੇ ਵਿੱਚ ਲਿਖਾਈ ਦੇ ਸੈਂਪਲ ਸੌਂਪੇ ਗਏ ਨੇ। ਹੁਣ 27 ਅਕਤੂਬਰ ਨੂੰ ਮਾਮਲੇ ਦੀ ਸੁਣਵਾਈ ਹੋਏਗੀ। ਬੇਅਦਬੀ ਤੋਂ ਪਹਿਲਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਵਿਵਾਦਿਤ ਪੋਸਟਰ ਲੱਗੇ ਸਨ। ਮਾਮਲੇ ਦੀ ਜਾਂਚ ਕਰ ਰਹੀ ਸਿਟ ਨੇ ਦਾਅਵਾ ਕੀਤਾ ਸੀ ਕਿ ਇਹ ਪੋਸਟਰ ਡੇਰਾ ਪ੍ਰੇਮੀਆਂ ਦੇ ਵੱਲੋਂ ਲਗਾਏ ਗਏ ਸਨ। ਸੋ ਹਾਲ ਹੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸੀਲ ਬੰਦ ਲਿਫਾਫਾ ਜਿਹੜਾ ਉਹ ਸੌਂਪਿਆ ਗਿਆ। ਸੋ ਉਸ ਤੋਂ ਬਾਅਦ ਹੁਣ ਵੇਖਣਾ ਹੋਏਗਾ ਕਿ ਕਦੋਂ ਇਹ ਖੁੱਲਦਾ ਹੈ ਜਾਂ ਫਿਰ ਖੁੱਲੇਗਾ ਕਿ ਨਹੀਂ, ਕਿਉਂਕਿ 27 ਅਕਤੂਬਰ ਨੂੰ ਮਾਮਲੇ ਦੀ ਸੁਣਵਾਈ ਜਿਹੜੀ ਹੈ ਅਗਲੀ ਹੋਣੀ ਹੈ। ਔਰ 27 ਅਕਤੂਬਰ ਨੂੰ ਕੁਝ ਵੱਡੇ ਖੁਲਾਸੇ ਹੋ ਸਕਦੇ ਨੇ। ਉਮੀਦਾਂ ਲਗਾ ਕੇ ਬੈਠੇ ਹੋਏ ਨੇ ਜੋ ਲਗਾਤਾਰ ਇਨਸਾਫ ਦੀ ਉਡੀਕ ਕਰ ਰਹੇ ਨੇ। ਸੋ ਬੇਅਦਬੀ ਮਾਮਲਾ ਇੱਕ ਵੱਡਾ ਮੁੱਦਾ, ਖਾਸ ਤੌਰ ਤੇ ਪੰਜਾਬ ਦਾ ਸਭ ਤੋਂ ਪਹਿਲਾ ਮੁੱਦਾ ਇਸ ਨੂੰ ਕਹਿ ਸਕਦੇ ਹਾਂ, ਕਿਉਂਕਿ ਇਸੇ ਨੂੰ ਲੈ ਕੇ ਸਿਆਸੀ ਘਮਾਸਾਨ ਵੀ ਹੈ ਤੇ ਉਧਰ ਲਗਾਤਾਰ ਇਸ ਤਰ੍ਹਾਂ ਦੇ ਨਾਲ ਕਾਨੂੰਨੀ ਕਾਰਵਾਈ ਵੀ ਚੱਲ ਰਹੀ ਹੈ। ਔਰ ਹੁਣ ਇਸ ਮਾਮਲੇ ਦੇ ਵਿੱਚ ਫਰੀਦਕੋਟ ਅਦਾਲਤ 'ਚ ਡੇਰਾ ਪ੍ਰੇਮੀ ਦੀ ਲਿਖਾਈ ਦੇ ਸੈਂਪਲ ਪੇਸ਼ ਜਿਹੜੇ ਨੇ ਉਹ ਕੀਤੇ ਗਏ ਨੇ, ਪਰ ਉਹ ਰਿਪੋਰਟ ਸੀਲਬੰਦ ਹੈ ਔਰ ਇਸ ਸੀਲਬੰਦ ਰਿਪੋਰਟ ਦੇ ਖੋਲਣ ਦੀ ਉਡੀਕ ਕੀਤੀ ਜਾ ਰਹੀ ਹੈ। ਅੱਗੇ ਵਧਦੇ ਹਾਂ, ਬਠਿੰਡਾ ਦੇ ਵੱਲ ਰੁਕ ਕਰਾਂਗੇ ਜਿੱਥੇ ਕਤਲ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ। ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਕੱਲ ਦੇ ਨੌਜਵਾਨਾਂ ਤੇ ਜਿਹੜਾ ਹੈ ਉਹ ਜਾਨਲੇਵਾ ਹਮਲਾ ਹੋਇਆ ਸੀ, ਜਿਸ ਦੀਆਂ ਤਸਵੀਰਾਂ ਵੀ ਤੁਹਾਡੇ ਸਾਹਮਣੇ ਲਿਆਂਦੀਆਂ ਗਈਆਂ ਸੀ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਹਥਿਆਰਾਂ ਦੀ ਜਿਹੜਾ ਵਰਤੋਂ ਕਰਦੇ ਹੋਏ ਕੁੱਟਮਾਰ ਕੀਤੀ ਜਾ ਰਹੀ ਸੀ ਜ਼ਬਰਦਸਤ। ਔਰ ਇੱਕ ਨੌਜਵਾਨ ਦੀ ਜਿਹੜੀ ਹੈ ਉਹ ਮੌਤ ਹੋਈ ਸੀ, ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਸੀ। ਦੱਸ ਦਈਏ ਕਿ ਅਕਾਲੀ ਦਲ ਨੇ ਇਸ ਵਾਰਦਾਤ ਨੂੰ ਗੈਂਗਵਾਰ ਕਰਾਰ ਦਿੱਤਾ ਸੀ। ਹਾਲਾਂਕਿ ਸੂਬਾ ਸਰਕਾਰ ਨੂੰ ਉਹਨਾਂ ਨੇ ਨਿਸ਼ਾਨੇ ਤੇ ਵੀ ਲਿਆ ਸੀ, ਪਰ ਬਠਿੰਡਾ ਪੁਲਿਸ ਦੀ ਗੱਲ ਕਰੀਏ ਤਾਂ ਮਾਮਲੇ ਦਾ ਗੈਂਗਸਟਰ ਕਨੈਕਸ਼ਨ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਤੇ ਮਾਮਲੇ ਨੂੰ ਆਪਸੀ ਰੰਜਿਸ਼ ਕਰਾਰ ਦਿੱਤਾ ਗਿਆ। ਪਰ ਸਵਾਲ ਕਿਤੇ ਵੱਡੇ ਖੜੇ ਹੋਏ ਕਿਉਂਕਿ ਦਿਨ ਦਿਹਾੜੇ ਸ਼ਰੇਆਮ ਗੱਡੀ ਦੇ ਵਿੱਚੋਂ ਨਿਕਲ ਕੇ ਹਥਿਆਰਾਂ ਦੀ ਵਰਤੋਂ ਕਰਕੇ ਇਸ ਤਰ੍ਹਾਂ ਦੇ ਨਾਲ ਕੁੱਟਮਾਰ, ਮੌਤ ਤੱਕ ਕਰ ਦੇਣਾ, ਇੱਥੋਂ ਤੱਕ ਨੌਬਤ ਆਣਾ। ਸੋ ਕਿਸ ਤਰ੍ਹਾਂ ਦੇ ਵੱਲ ਕਿੱਧਰ ਇਸ਼ਾਰਾ ਕਰ ਰਿਹਾ ਹੈ, ਕਿੱਧਰ ਅੰਦੇਸ਼ਾ ਦੇ ਰਿਹਾ। ਹਾਲਾਂਕਿ ਆਪਸੀ ਰੰਜਿਸ਼ ਦੇ ਕਰਕੇ ਵੀ ਮਾਮਲੇ ਗੰਭੀਰ ਕਈ ਵਾਰ ਬਹੁਤ ਹੋ ਜਾਂਦੇ ਨੇ, ਪਰ ਜ਼ਿਆਦਾਤਰ ਜ਼ਮੀਨੀ ਵਿਵਾਦ ਦੇ ਵਿੱਚ ਵੇਖਿਆ ਜਾਂਦਾ ਕਿ ਸ਼ਰੇਆਮ ਇੱਟਾਂ ਰੋੜੇ ਦੇ ਨਾਲ ਜਿਹੜਾ ਹੈ ਬੰਦੂਕਾਂ ਵੀ ਚੱਲਦੀਆਂ ਨੇ। ਪਰ ਇੱਥੇ ਇਹ ਮਸਲਾ ਕਿਤੇ ਨਾ ਕਿਤੇ ਗੈਂਗਵਾਰ ਦਾ ਸੋਚਿਆ ਜਾ ਰਿਹਾ ਸੀ, ਪਰ ਫਿਲਹਾਲ ਪੁਲਿਸ ਇਸ ਤੋਂ ਇਨਕਾਰ ਕਰ ਰਹੀ ਹੈ। ਉਹਨਾਂ ਦਾ ਕਹਿਣਾ ਕਿ ਆਪਸੀ ਰੰਜਿਸ਼ ਦਾ ਮਾਮਲਾ ਹੈ। ਉਧਰ ਬਹਾਦਰਗੜ੍ਹ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਦੀ ਖਬਰ ਹੈ। ਇੱਕ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਮ੍ਰਿਤਕਾਂ ਦੇ ਵਿੱਚ 3 ਔਰਤਾਂ ਤੇ ਇੱਕ ਬੱਚੀ ਵੀ ਸ਼ਾਮਿਲ ਹੈ। ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਪਿੱਛੋਂ ਜਿਹੜੀ ਹੈ ਉਹ ਟੱਕਰ ਮਾਰੀ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ। KMP ਐਕਸਪ੍ਰੈਸਵੇ ਤੇ ਇਹ ਹਾਦਸਾ ਵਾਪਰਿਆ। ਸੋ ਦੱਸ ਦਈਏ ਕਿ ਹਾਦਸਿਆਂ ਦੀ ਖਬਰ ਜਿਹੜੀ ਹੈ ਉਹ ਜਦੋਂ ਆਉਂਦੀ ਹੈ ਤਾਂ ਵੱਡੇ ਸਵਾਲ ਨੇ, ਔਰ ਖਾਸ ਤੌਰ ਤੇ ਜਦੋਂ ਅਣਗਹਿਲੀ ਹੋਵੇ ਜਾਂ ਫਿਰ ਜੇਕਰ ਤੇਜ਼ ਰਫ਼ਤਾਰੀ ਦੀ ਗੱਲ ਕੀਤੀ ਜਾਵੇ। ਸੋ KMP ਐਕਸਪ੍ਰੈਸਵੇ ਤੇ ਇਹ ਹਾਦਸਾ ਵਾਪਰਿਆ। ਹਾਲਾਂਕਿ ਜੋ ਜਾਣਕਾਰੀ ਹੁਣ ਤੱਕ ਮਿਲੀ ਹੈ ਕਿ ਗੱਡੀ ਜਿਹੜੀ ਹੈ ਉਹ ਕੁਝ ਸਮੇਂ ਦੇ ਲਈ
ਚਾਲਕ ਦੇ ਵੱਲੋਂ ਰੋਕੀ ਗਈ ਸੀ ਕਿਸੇ ਕਾਰਨ ਕਰਕੇ, ਪਰ ਇੱਕਦਮ ਪਿੱਛੋਂ ਤੇਜ਼ ਰਫ਼ਤਾਰ ਟਰੱਕ ਨੇ ਆ ਕੇ ਇਸ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇਹਨਾਂ ਲੋਕਾਂ ਦੀ ਮੌਤ ਹੋ ਗਈ ਹੈ ਔਰ ਇੱਕ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਸੋ 8 ਲੋਕ ਇਸ ਦਰਦਨਾਕ ਹਾਦਸੇ ਦੇ ਵਿੱਚ ਮਾਰੇ ਗਏ ਨੇ। कहाँ पे हुआ ये बादली से मात्र 5 किलोमीटर फर्रुख नगर की तरफ कि एक आगे एक ट्रक खड़ा था, उसके पीछे एक अर्टिजा गाड़ी थी और पीछे से एक तेज स्पीड रफ्तार वाले उसके पीछे टक्कर मार दी, जो कि दोनों ट्रकों के बीच में गाड़ी पिचक गई और वही मौके पर डेड हो गई। कितने लोगों की मौत हुई है और क्या? 8 लोगों। केएमपी यानी कुंडली मानेसर पलवल एक्सप्रेस वे पर बड़ा हादसा सामने आया है, जिसमें एक ही परिवार के 8 लोगों की मौत हो गई है। मृतकों में 3 महिलाएं और एक बच्चा भी शामिल है। घटना का पता चलते ही पुलिस मौके पर पहुंची और शवों को बहादुरगढ़ के सामान्य अस्पताल में पोस्टमार्टम के लिए भिजवाया है। सभी मृतक यूपी के फिरोजपुर के नगला गांव के रहने वाले बता रहे हैं। नगला अनूप गांव के रहने वाले थे और किराए पर गाड़ी लेकर वे गुगा मेडी से वापस घर की तरफ जा रहे थे। बीच में बादली पार करते लघु शंका के लिए गाड़ी रोकी थी। एक गाड़ी उन्होंने ट्रक के पीछे लगाई थी और पीछे से आ रहे एक ट्रक ने जोरदार टक्कर मारी है, जिसकी वजह से ये हादसा हुआ। इस हादसे में 8 लोगों की मौके पर ही मौत हो गई। पुलिस ने शवों को पोस्टमार्टम के लिए बहादुरगढ़ के सामान्य अस्पताल में भिजवा दिया है। फिलहाल पूरे मामले की जांच भी की जा रही है। इतना ही नहीं, जो ड्राइवर है, आरोपी है इस वारदात का, वो भी मौके से फरार हो गया था। उसकी गिरफ्तारी के प्रयास भी फिलहाल पुलिस ने शुरू कर दिए हैं। प्रदीप धनखड़, न्यूज़ 18 बहादुरगढ़। ਅੱਗੇ ਵਧਾਂਗੇ, ਗੱਲ ਕਰਾਂਗੇ ਸਿੰਘੂ ਬਾਰਡਰ ਦੀ, ਜਿਸ ਤੇ ਨਿਹੰਗ ਦੇ ਵੱਲੋਂ ਸ਼ਖਸ ਦੇ ਨਾਲ ਕੁੱਟਮਾਰ ਦਾ ਇਹ ਮਾਮਲਾ ਹੈ। ਮੁਲਜ਼ਮ ਨਿਹੰਗ ਨਵੀਨ ਕੁਮਾਰ ਕਰਨਾਲ ਦੇ ਪਿੰਡ ਗਗਸੀਨਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। 1 ਸਾਲ ਪਹਿਲਾਂ ਹੀ ਵਿਸਾਖੀ ਤੇ ਨਿਹੰਗ ਸਿੰਘ ਦਾ ਬਣਿਆ ਸੀ। ਕੱਲ ਸਿੰਘੂ ਬਾਰਡਰ ਤੇ ਸ਼ਖਸ ਦੇ ਨਾਲ ਕੁੱਟਮਾਰ ਜਿਹੜੀ ਹੈ ਉਹ ਕੀਤੀ ਗਈ ਸੀ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਔਰ ਖਾਸ ਤੌਰ ਤੇ ਉਸ ਵੀਡੀਓ ਦੇ ਵਿੱਚ ਪੀੜਤ ਖੁਦ ਬਿਆਨ ਕਰ ਰਿਹਾ ਸੀ ਕਿ ਮੁਰਗਾ ਦੇਣ ਦੇ ਕਾਰਨ ਹੀ ਜਿਹੜਾ ਨਾ ਦੇਣ ਦੇ ਕਾਰਨ ਹੀ ਉਸ ਦੀ ਕੁੱਟਮਾਰ ਹੋਈ, ਉਸ ਤੇ ਹਮਲਾ ਹੋਇਆ। ਸੋ ਮੁਰਗਾ ਨਾ ਦੇਣ ਦਾ ਇਹ ਮਾਮਲਾ ਸੀ, ਜਿਸ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਫਰਜ਼ੀ ਨਿਹੰਗ ਹੈ। ਪਰ ਫਿਲਹਾਲ ਜੋ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਇਹ ਕਰਨਾਲ ਦਾ ਰਹਿਣ ਵਾਲਾ ਹੈ ਔਰ 1 ਸਾਲ ਪਹਿਲਾਂ ਹੀ ਇਸ ਦੇ ਵੱਲੋਂ ਨਿਹੰਗ ਸਿੰਘ ਬਣਿਆ ਗਿਆ ਸੀ, ਯਾਨੀ ਕਿ ਉਹ ਬਾਣਾ ਪਾਇਆ ਗਿਆ ਸੀ ਔਰ ਉਸ ਤੋਂ ਬਾਅਦ ਇਹ ਨਿਹੰਗ ਜਥੇਬੰਦੀਆਂ ਦੇ ਵਿੱਚ ਸ਼ਾਮਿਲ ਹੋ ਗਏ ਸੀ। ਪਰ ਫਿਲਹਾਲ ਇਸ ਨੂੰ ਲੈ ਕੇ ਅਗਰ ਉੱਥੋਂ ਦੇ ਨਿਹੰਗ ਸਿੰਘਾਂ ਦੀ ਗੱਲ ਕਰੀਏ ਜੋ ਮੌਕੇ ਤੇ ਮੌਜੂਦ ਨੇ, ਸਿੰਘੂ ਬਾਰਡਰ ਤੇ ਨੇ, ਸੋ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਸ ਸ਼ਖਸ ਦੇ ਵੱਲੋਂ ਦੱਸਿਆ ਗਿਆ ਸੀ ਕਿ ਇਸ ਤੇ ਕਿਵੇਂ ਹਮਲਾ ਕੀਤਾ ਗਿਆ। ਹਾਲਾਂਕਿ ਜੇਕਰ ਤਰਕਾ ਦੀ ਗੱਲ ਕੀਤੀ ਜਾਵੇ ਤਾਂ ਨਿਹੰਗ ਨਵੀਨ ਕੁਮਾਰ ਦਾ ਕਹਿਣਾ ਕਿ ਉਸ ਦੇ ਵੱਲੋਂ ਇਸ ਸ਼ਖਸ ਨੂੰ ਬੀੜੀ ਪੀਣ ਤੋਂ ਰੋਕਿਆ ਗਿਆ ਸੀ, ਤਾਂ ਕਰਕੇ ਉਸ ਦੇ ਨਾਲ ਸਾਰੀ ਅਣਬਣ ਹੋਈ ਸੀ। ਹਾਲਾਂਕਿ ਮਾਮਲਾ ਅਜੇ ਇਹ ਵੀ ਕਹਿ ਸਕਦੇ ਹਾਂ ਕਿ ਜਾਂਚ ਅਧੀਨ ਹੈ।